ਹਾਂਜੀ ਦੋਸਤੋ, ਅੱਜ ਦੀ ਵੀਡੀਓ ਵਿੱਚ ਤਿੰਨ ਅਹਿਮ ਮੁੱਦਿਆਂ ਉੱਤੇ ਆਪਾਂ ਗੱਲ ਕਰਾਂਗੇ। ਪਹਿਲੀ, ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੱਖਾਂ ਵੋਟਰਾਂ ਦੇ ਦੇਸ਼ ਦੀ ਸੈਰ ਉੱਤੇ ਨਿਕਲੇ ਹੋਣ ਦੀ। ਇਹ ਵੋਟਰ ਕਹਿੰਦੇ ਮਹਾਰਾਸ਼ਟਰ ਤੋਂ ਬਿਹਾਰ ਵੱਲ ਚਾਲੇ ਪਾ ਚੁੱਕੇ ਨੇ, ਜਿੱਥੇ ਅਗਲੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਕਹਿੰਦੇ ਅਸਲ ਵਿੱਚ ਬੀਜੇਪੀ ਦੀ ਜਿੱਤ ਦੀ ਇਹੋ ਲੁਕਵੀਂ ਖੇਡ ਸੀ ਜੋ ਹੁਣ ਅੰਕੜਿਆਂ ਕਰਕੇ ਫੜੀ ਗਈ ਹੈ। ਦੂਜਾ ਮੁੱਦਾ, ਭਲਕੇ ਦਿੱਲੀ ਵਿਧਾਨ ਸਭਾ ਲਈ ਵੋਟਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਅੱਜ ਦਿਖਾਈ ਦਿੱਤੀ ਘਬਰਾਹਟ ਦਾ ਏ। ਨਤੀਜੇ ਹਾਲੇ ਆਏ ਨਹੀਂ, ਕੋਈ ਵਿਧਾਇਕ ਬਣਿਆ ਨਹੀਂ, ਪਰ ਝਾੜੂ ਪਾਰਟੀ ਦੇ ਆਹ ਨੇਤਾ ਭਾਜਪਾ ਉੱਤੇ ਆਪਰੇਸ਼ਨ ਲੋਟਸ ਚਲਾਉਣ ਅਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਦੋਸ਼ ਮੜੀ ਜਾ ਰਹੇ ਨੇ। ਕੀ ਆਮ ਆਦਮੀ ਪਾਰਟੀ ਨੂੰ ਇੱਥੇ ਹਾਰ ਦਾ ਡਰ ਸਤਾ ਰਿਹਾ ਹੈ? ਵੈਸੇ ਸਾਰੇ ਐਗਜ਼ਿਟ ਪੋਲ ਤਾਂ ਇਹੋ ਦਰਸਾਉਂਦੇ ਨੇ। ਤੀਜਾ ਮੁੱਦਾ, ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀ ਨਾਗਰਿਕਾਂ ਦਾ ਏ, ਜਿਨ੍ਹਾਂ ਨੂੰ ਹੱਥਕੜੀਆਂ ਅਤੇ ਪੈਰਾਂ ਵਿੱਚ ਜ਼ੰਜੀਰਾਂ ਪਾ ਕੇ ਵਾਪਸ ਭੇਜਿਆ ਗਿਆ। ਚੋਲਾ ਸਾਹਿਬ ਦੇ ਮਨਦੀਪ ਸਿੰਘ ਨੇ ਇਸ ਚੱਕਰ ਵਿੱਚ 1 ਕਰੋੜ ਰੁਪਏ ਗਵਾਏ ਨੇ। ਇਕੱਲੇ ਰੁਪਏ ਨਹੀਂ, ਜ਼ਿੰਦਗੀ ਦੇ ਕਈ ਸਾਲ ਵੀ ਇਸੇ ਚੱਕਰ ਵਿੱਚ ਲੰਘ ਗਏ, ਕਿਉਂਕਿ ਇੰਨੀ ਵੱਡੀ ਰਕਮ ਜੋੜਨ ਲਈ ਪਹਿਲਾਂ ਉਸਨੇ ਸਪੇਨ ਵਿੱਚ ਕਈ ਸਾਲ ਕੰਮ ਕੀਤਾ। ਹੁਣ ਅਮਰੀਕਾ ਤੋਂ ਡਿਪੋਰਟ ਹੋ ਕੇ ਉਹ ਘਰ ਮੁੜ ਆਇਆ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਦਾ ਹਰਪ੍ਰੀਤ ਸਿੰਘ ਵੀ ਪਰਤਿਆ ਏ। ਹਰਪ੍ਰੀਤ ਸਿੰਘ ਨੇ ਜੋ ਬਿਆਨ ਕੀਤਾ ਉਹ ਵੀ ਦਿਖਾਵਾਂਗੇ ਅਤੇ ਪਾਰਲੀਮੈਂਟ ਦੇ ਅੱਗੇ ਖੜੇ ਹੋ ਕੇ ਸੰਤ ਬਲਵੀਰ ਸਿੰਘ ਸੀਚੇਵਾਲ ਇਸ ਮੁੱਦੇ ਉੱਤੇ ਬੀਜੇਪੀ ਦੀ ਮੋਦੀ ਸਰਕਾਰ ਤੋਂ ਜੋ ਮੰਗ ਕਰ ਰਹੇ ਨੇ ਉਹ ਵੀ ਦਿਖਾਵਾਂਗੇ। ਇਸ ਤਰ੍ਹਾਂ ਇਹਨਾਂ ਤਿੰਨਾਂ ਮੁੱਦਿਆਂ ਦੇ ਕੇਂਦਰ ਬਿੰਦੂ ਵਿੱਚ ਜੇ ਕੋਈ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ। ਗੱਲ ਰਾਹੁਲ ਗਾਂਧੀ, ਸੰਜੇ ਰਾਉਤ ਅਤੇ ਹੋਰ ਵਿਰੋਧੀਆਂ ਦੀ ਅੱਜ ਵਾਲੀ ਪ੍ਰੈਸ ਕਾਨਫਰੰਸ ਤੋਂ ਸ਼ੁਰੂ ਕਰਦੇ ਹਾਂ। ਭਾਰਤੀ ਜਨਤਾ ਪਾਰਟੀ ਨਾ ਸਿਰਫ ਲਗਾਤਾਰ ਚੋਣਾਂ ਜਿੱਤ ਕੇ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਸਫਲ ਹੋ ਰਹੀ ਹੈ, ਸਗੋਂ ਸੂਬਿਆਂ ਵਿੱਚ ਵੀ ਇਹ ਲਗਾਤਾਰ ਜਿੱਤ ਦਰਜ ਕਰਦੀ ਹੈ। ਜਿਹੜੇ ਸੂਬਿਆਂ ਵਿੱਚ ਬੀਜੇਪੀ ਦੀ ਜਿੱਤ ਦੀ ਸੰਭਾਵਨਾ ਮੱਧਮ ਨਜ਼ਰ ਆਉਂਦੀ ਹੋਵੇ, ਉੱਥੇ ਵੀ ਇਹ ਪਾਰਟੀ ਜਿੱਤਦੀ ਹੈ। ਵਿਰੋਧੀ ਹੁਣ ਤੱਕ ਈਵੀਐਮ ਵਿੱਚ ਗੜਬੜੀ ਦਾ ਰੌਲਾ ਪਾਉਂਦੇ ਰਹੇ ਨੇ, ਪਰ ਪਹਿਲੀ ਵਾਰ ਅੰਕੜਿਆਂ ਨਾਲ ਜੋ ਤੱਥ ਰਾਹੁਲ ਗਾਂਧੀ, ਸ਼ਿਵ ਸੈਨਾ ਅਤੇ ਐਨਸੀਪੀ ਨੇ ਅੱਜ ਪੇਸ਼ ਕੀਤੇ, ਉਹਨਾਂ ਦਾ ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਵੋਟਰ ਘੁੰਮਦੇ ਰਹਿੰਦੇ ਨੇ। ਸੂਬੇ ਦੀ ਕੁੱਲ ਆਬਾਦੀ ਤੋਂ ਵੱਧ ਉੱਥੇ ਵੋਟਾਂ ਪੈ ਜਾਂਦੀਆਂ ਨੇ। ਇਹ ਸਭ ਗੱਲਾਂ ਮੰਨਣ ਯੋਗ ਤਾਂ ਨਹੀਂ, ਪਰ ਅੰਕੜੇ ਤਾਂ ਕੁਝ ਇਹੋ ਬਿਆਨ ਕਰਦੇ ਨੇ। ਇਸੇ ਲਈ ਤਾਂ ਵਿਰੋਧੀ ਹੁਣ ਮਹਾਰਾਸ਼ਟਰ ਵਾਲੇ ਇਹਨਾਂ ਵਾਧੂ ਵੋਟਰਾਂ ਦੇ ਬਿਹਾਰ ਵੱਲ ਕੂਚ ਕਰ ਜਾਣ ਦੀ ਗੱਲ ਕਹਿ ਰਹੇ ਨੇ, ਕਿਉਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਬਿਹਾਰ ਵਿੱਚ ਹੀ ਹੋਣ ਜਾ ਰਹੀਆਂ ਨੇ। ਦੇਖੋ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਕਿਵੇਂ ਆਪਣੇ ਠੋਕਵੇਂ ਅੰਦਾਜ਼ ਵਿੱਚ ਇਹ ਮੁੱਦਾ ਚੁੱਕ ਰਹੇ ਨੇ। अगर इस देश का चुनाव आयोग जिंदा है, उनका ज़मीर मरा नहीं है, तो जो प्रश्न राहुल जी ने चुनाव आयोग को पूछे हैं उनका जवाब चुनाव आयोग ने देना चाहिए। लेकिन चुनाव आयोग उसके जवाब नहीं देगा, क्योंकि चुनाव आयोग भी जो सरकार बनी है वो सरकार की गुलामी कर रहे हैं। हमने बार बार महाराष्ट्र का चुनाव आयोग हो, दिल्ली का चुनाव आयोग हो, बार बार हमने वहाँ जाकर हमारा सर फोड़ दिया है, लेकिन वो मरा है। ये जो 39 लाख वोट कहाँ से आए और कहाँ जाएंगे? अब ये 39 लाख वोट बिहार में जाएंगे। अब वो फ्लोटिंग वोट्स है, वही नाम रहेंगे, वही आधार कार्ड रहेगा, सब कुछ यही है। वो वोटर्स घूमते रहते हैं, थोड़े दिल्ली में आए हैं, महाराष्ट्र पैटर्न वहाँ भी हमने देखा। कल हम दिन भर थे, 2 दिन यहाँ। अब ये 39 लाख वोट जाएंगे बिहार में, फिर बिहार से जाएंगे यूपी में। ये एक नया पैटर्न यहाँ बन गया है, और यही पैटर्न से ये लोग चुनाव लड़ते भी हैं और जीतते भी हैं। इसलिए आज जो सवाल हमने राहुल जी के नेतृत्व में खड़े किया है, देश के लिए बहुत गंभीर है। अगर इस देश में डेमोक्रेसी हमको जिंदा रखनी है, पार्लियामेंट, विधानसभाएं हमको सचमुच जिंदा रखनी है, तो ये सवाल का जवाब सिर्फ हम नहीं पूछेंगे, मीडिया ने पूछना चाहिए। ਇਸ ਸਮੇਂ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੰਕੜੇ ਪੇਸ਼ ਕਰਕੇ ਜੋ ਤੱਥ ਰੱਖੇ, ਉਸਨੇ ਚੋਣ ਕਮਿਸ਼ਨ ਦੀ ਭੂਮਿਕਾ ਉੱਤੇ ਮੁੜ ਸ਼ੱਕ ਦੀ ਸੂਈ ਰੱਖੀ ਹੈ। महाराष्ट्र के चुनाव में हमारी एनालिसिस के बाद वोटर लिस्ट पे कोई सवाल उठे हैं। मैं आज हिंदुस्तान के युवाओं को यह डेटा दिखाना चाहता हूं।
सबसे पहला सवाल, 5 साल में जितने वोटर लिस्ट में ऐड किए गए थे, उससे ज्यादा वोटर महाराष्ट्र में 5 महीनों में ऐड हुए हैं। 32 लाख वोटर्स विधानसभा 2019 एंड 2024 के बीच में। 39 लाख वोटर्स, मतलब हिमाचल का जो पॉपुलेशन है वो ऐड कर दिया लोकसभा 2024 एंड विधानसभा 2024 के बीच में। यह पहला सवाल है। ये जो एडिशनल वोटर्स ऐड किए हैं, ये हैं कौन, ये कहां थे और ये कहां से आए? पहला सवाल। दूसरा सवाल, बहुत महत्वपूर्ण सवाल, महाराष्ट्र का पॉपुलेशन सरकार के मुताबिक, महाराष्ट्र का अडल्ट पॉपुलेशन सरकार के मुताबिक 9.54 करोड़। महाराष्ट्र का एडल्ट पॉपुलेशन 9.54 करोड़। इलेक्शन कमीशन के मुताबिक महाराष्ट्र में 9.7 करोड़ वोटर्स हैं। इसका मतलब इलेक्शन कमीशन कह रहा है, देश की जनता को कह रहा है, देश के युवाओं को कह रहा है कि महाराष्ट्र में एडल्ट पॉपुलेशन से ज्यादा वोटर्स हैं। यह कैसे हो सकता है? तीसरा सवाल, यह एक उदाहरण है, कामठी विधानसभा। यहां पे कांग्रेस पार्टी को लोकसभा में 1.36 लाख वोट मिला है। विधानसभा में तकरीबन उतना ही वोट हमें मिला, 1.34 लाख। यह चुनाव हम जीते, लोकसभा वाला। लोकसभा के चुनाव में बीजेपी को 1.19 लाख वोट मिलता है। इस कंस्टिट्यूएंसी में 35,000 नए वोटर्स ऐड होते हैं और वो 35,000 के 35,000 वोटर सीधे बीजेपी के खाते में जाते हैं और बीजेपी चुनाव जीतती है। यह एक उदाहरण है, ऐसे महाराष्ट्र में अनेक उदाहरण हैं। ਅਮਰੀਕਾ ਤੋਂ ਡਿਪੋਰਟ ਕੀਤੇ ਹਰਪ੍ਰੀਤ ਸਿੰਘ ਅਤੇ ਇਸ ਮਾਮਲੇ ਵਿੱਚ ਸੰਤ ਸੀਚੇਵਾਲ ਨੂੰ ਸੁਣਨ ਤੋਂ ਪਹਿਲਾਂ ਦਿੱਲੀ ਚੋਣ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ, ਸੰਦੀਪ ਪਾਠਕ, ਮਨੀਸ਼ ਸਿਸੋਦੀਆ, ਜਰਨੈਲ ਸਿੰਘ ਅਤੇ ਹੋਰਨਾਂ ਨੂੰ ਦੇਖੋ ਉਹ ਕੀ ਬੋਲੇ। ਫਿਰ ਆਪੇ ਅੰਦਾਜ਼ਾ ਲਾਇਓ ਬਈ ਕਿਤੇ ਇਹਨਾਂ ਦੇ ਅਜਿਹੇ ਬਿਆਨਾਂ ਵਿੱਚੋਂ ਹਾਰ ਦੀ ਘਬਰਾਹਟ ਤਾਂ ਨਜ਼ਰ ਨਹੀਂ ਆ ਰਹੀ। ਜੇ ਕੋਈ ਵਿਧਾਇਕ ਬਣਿਆ ਹੀ ਨਹੀਂ, ਉਸ ਨੂੰ ਖਰੀਦ ਕੇ ਕੋਈ ਭਲਾ ਕੀ ਕਰੂ? ਨਾਲੇ ਜੇ ਇਹ ਇਹਨਾਂ ਦੇ ਹੀ ਦਾਅਵੇ ਮੁਤਾਬਕ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਨੇ ਤਾਂ ਇਹਨਾਂ ਨੂੰ ਡਰ ਕਾਹਦਾ? ਜਾਂ ਫਿਰ ਕੀ ਇਹਨਾਂ ਨੂੰ ਆਪਣੇ ਹੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਉੱਤੇ ਭਰੋਸਾ नहीं? भाजपा द्वारा घबराहट में फिर से आम आदमी पार्टी के उम्मीदवारों को, विधायकों को लालच दिए जा रहे हैं और सबने अपने मुखिया अरविंद केजरीवाल जी को आश्वस्त किया है कि हम में से एक भी आदमी हिलेगा नहीं। बिल्कुल सत्यता है, सत्यता के आधार पर ही बताया गया है। कई लोगों को फोन कॉल आए हैं, जिस नंबर से फोन कॉल आया है वो नंबर भी दिया गया है और ये जग जाहिर है कि भारतीय जनता पार्टी काम कैसे करती है। आज भी गाली गलौज पार्टी जिस तरह की हरकत कर रही है, आपसे भी छिपा नहीं है किस तरह की हरकत कर रहे हैं। ये तो अब कल के बाद उनका सारा खत्म हो जाएगा। हॉर्स ट्रेडिंग के प्रूफ होंगे, आपको भी देंगे। तो बजे के आसपास फोन आया था मेरे पास और वो बोल रहे थे मिलने के लिए कि आपसे मिलना चाहते हैं और परवेश वर्मा जी के ने आपसे को फोन मिलवाया है। तो मैंने कहा क्यों मिलवाया भाई, क्या काम है आप लोगों को? हम तो आम आदमी पार्टी के हैं और बोले आपके फायदे के लिए है। जिस तरह से लगातार एग्जिट पोल के द्वारा गाली गलौज पार्टी एक माहौल बनाने की कोशिश कर रही है और ऊपर से तो माहौल बनाने की ये कोशिश की जा रही है कि दिल्ली में उनकी सरकार बन रही है, लेकिन अंदर से उनकी हार की हताशा इस बात को दिखा रही है। कई विधायकों ने, कई कैंडिडेट्स ने ये सामने तथ्य रखा है कि किस तरह से उनको लगातार फ़ोन किए जा रहे हैं और कहा जा रहा है पैसे ले लो और भारतीय जनता पार्टी ज्वाइन कर लो।
हम मंत्री बना देंगे। जो सारे तथ्य सामने दिख रहे हैं वो इस बात के साफ संकेत दे रहे हैं कि एक एग्जिट पोल के द्वारा साइकोलॉजिकल प्रेशर बना करके ऑपरेशन लोटस चलाने की कोशिश हो रही है। ਹੁਣ ਦੇਖੋ ਮਹਾਰਾਸ਼ਟਰ ਦੇ ਹਰਪ੍ਰੀਤ ਸਿੰਘ ਨੂੰ ਜੋ 104 ਭਾਰਤੀਆਂ ਨਾਲ ਡਿਪੋਰਟ ਹੋ ਕੇ ਅਮਰੀਕਾ ਤੋਂ ਵਾਪਸ ਆਇਆ ਹੈ, ਉਹ ਦੱਸ ਰਿਹਾ ਹੈ ਕਿਵੇਂ ਅਮਰੀਕਾ ਵਿੱਚ ਦੁਰਵਿਹਾਰ ਹੋਇਆ ਅਤੇ ਕਿਵੇਂ ਹੱਥਕੜੀਆਂ ਤੇ ਬੇੜੀਆਂ ਨਾਲ ਨੂੜ ਕੇ ਉਹਨਾਂ ਨੂੰ ਵਾਪਸ ਲਿਆਂਦਾ ਗਿਆ। हमें बताया गया कि वहाँ से रिलीज़ हो गए आप, हम आपको वेलकम सेंटर लेके जा रहे हैं। वहाँ वेलकम सेंटर होता है जहाँ से रिलीज़ किया जाता है। हमें धोखेधड़ी से वहाँ से भी लेके आया यूएस गवर्नमेंट हथकड़ियाँ डाल के, और बाद में वहाँ एयरफोर्स का कैंप है, उसके बाजू में वेलकम सेंटर है। तो हमारे को बताया गया था कि वेलकम सेंटर से आप रिलीज़ हो जाओगे, लेकिन वहाँ ना करते हुए हमारे को प्लेन में डाल दिया गया है, जो एयरफोर्स का प्लेन होता है। उसमें 104 बंदे हम डिपोर्ट होके आए। हाथों में हथकड़ियाँ थी उस दौरान? हाथों में, पैरों में, अपना यहाँ पर जो चेन होती है कमर में, सब जगह थी। ये बताइए किस लिए आप वहाँ पे गए थे और जो पैसे लिया था आप क्या महसूस कर रहे हैं आप? मैं सर कनाडा के वीज़े के थ्रू गया था, लेकिन एजेंट की लापरवाही या बोल दीजिए या उसकी बेवकूफ़ी के कारण मुझे ये रास्ते से जाना पड़ा। और मेरा जो बिज़नेस यहाँ कम था, मतलब यहाँ गाड़ी वालों का बिज़नेस नहीं हो रहा है, तो हम पैसे कमाने के लिए वहाँ गए थे। यूएस नहीं जाना चाहता था, लेकिन कनाडा जाना चाहता, जो मेरा वीज़ा था। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵੀ ਇਸ ਮੁੱਦੇ ਉੱਤੇ ਕੁਝ ਨੁਕਤੇ ਸਾਂਝੇ ਕੀਤੇ। ਬੜੇ ਦੁੱਖ ਦੀ ਗੱਲ ਆ ਕਿ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ 104 ਲੋਕ ਭਾਰਤ ਦੇ ਆਏ ਆ, ਤੇ ਜਿਹਦੇ ਵਿੱਚ ਗੁਜਰਾਤ, ਹਰਿਆਣਾ ਤੇ ਪੰਜਾਬ ਦੇ ਜਿਹੜੇ 30 ਤੋਂ ਵੱਧ ਜਿਹੜੇ ਨੌਜਵਾਨ ਉੱਥੇ ਪਹੁੰਚੇ ਆ। ਸੋ ਬੜੇ ਦੁੱਖ ਦੀ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੌਜੀ ਜਹਾਜ਼ ਦੇ ਵਿੱਚ ਬੇੜੀਆਂ ਪਾ ਕੇ ਹੱਥਕੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ, ਜਿਹੜਾ 35 ਘੰਟੇ ਜਿਹੜਾ ਹੈਗਾ ਉਹਨਾਂ ਨੂੰ ਜਹਾਜ਼ 'ਤੇ ਰੱਖਿਆ ਗਿਆ, ਜਿੱਥੇ ਇੱਕੋ ਟਾਇਲਟ ਸੀ। ਸੋ ਬੜੀ ਦੁਖਦਾਈ ਗੱਲ ਆ। ਇਹ ਲੋਕ ਜਿਹੜੇ ਵੀ ਸਾਡੇ ਜਾਂਦੇ ਆ, ਇਹ ਕੋਈ ਅਪਰਾਧੀ ਨਹੀਂ ਜਾਂ ਕ੍ਰਿਮੀਨਲ ਨਹੀਂ ਜਾਂ ਅੱਤਵਾਦੀ ਨਹੀਂ, ਇਹ ਸਿਰਫ ਰੁਜ਼ਗਾਰ ਦੀ ਭਾਲ ਵਿੱਚ ਜਾਂਦੇ ਆ। ਤੇ ਉੱਥੇ ਇੱਕ ਮੁਲਕ ਨਹੀਂ, ਸਾਰੇ ਮੁਲਕਾਂ ਦੇ ਲੋਕ ਉੱਥੇ ਜਾ ਗਏ ਆ। ਸੋ ਜ਼ਿਆਦਾ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਝਾਂਸੇ ਦੇ ਕੇ ਬੜੇ ਖਤਰਨਾਕ ਰਸਤਿਆਂ ਰਾਹੀਂ ਭੇਜਦੇ ਆ, ਉਹਨਾਂ ਦੇ ਉੱਤੇ ਕਾਰਵਾਈ ਹੋਵੇ। ਇਹ ਜਿਹੜਾ ਹੈਗਾ ਵਰਤਾਰਾ ਰੁਕਣਾ ਚਾਹੀਦਾ। ਅਸੀਂ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਵੀ ਪੜ੍ਹ ਲਿਖ ਕੇ ਜਾਓ। ਕੋਈ ਮੁਲਕ ਦੇ ਨਹੀਂ ਤੁਹਾਨੂੰ ਮੋੜਦਾ, ਹਰ ਮੁਲਕ ਦੇ ਵਿੱਚ ਤੁਸੀਂ ਜਾ ਕੇ ਆਪਣਾ ਟਿਕ ਵੀ ਸਕਦੇ ਆ, ਰੁਜ਼ਗਾਰ ਕਰਕੇ ਵਾਪਸ ਵੀ ਆ ਸਕਦੇ ਆ। ਪਰ ਜਦੋਂ ਅਸੀਂ ਗਲਤ ਤਰੀਕੇ ਨਾਲ ਜਾਂਦੇ ਆ, ਪਹਿਲੀ ਗੱਲ ਤਾਂ ਉੱਥੇ ਜਾਣ ਦੇ ਵਿੱਚ ਬੜਾ ਵੱਡਾ ਰਿਸਕ ਆ ਸੀ। ਕਾਫੀ ਲੜਕਿਆਂ ਨੂੰ ਵਾਪਸ ਉਹਨਾਂ ਦੇ ਪੇਰੈਂਟਸ ਨੂੰ ਦੇ ਕਹਿਣ ਦੇ ਉੱਤੇ ਮੰਗਵਾਇਆ, ਜਿਹੜੇ ਬੜੇ ਮਾਂ-ਬਾਪ ਬੜੇ ਲਾਚਾਰ ਅਵਸਥਾ ਦੇ ਵਿੱਚ ਜਦੋਂ ਬੱਚਾ ਬਾਹਰ ਫਸ ਜਾਂਦਾ। ਤੇ ਜਿਸ ਤਰ੍ਹਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਗਏ ਨੌਜਵਾਨ ਜਿਹੜੇ ਹੈ, ਉਹਨਾਂ ਨੂੰ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਆ ਗਏ, ਜਿਹੜੇ 50-50 ਲੱਖ ਲਾ ਕੇ ਗਏ ਆ। ਸੋ ਇੱਕ ਤਾਂ ਉਹਨਾਂ ਦੇ ਘਰ ਪੱਟੇ ਗਏ, ਜੋ ਕੁਝ ਸੀਗਾ ਉਹਨਾਂ ਨੇ ਜਿਹੜਾ ਹੈ ਵੇਚ ਵੱਟ ਕੇ ਏਜੰਟਾਂ ਨੂੰ ਦੇ ਦਿੱਤਾ, ਤੇ ਬੱਚੇ ਵੀ ਵਾਪਸ ਆ ਗਏ। ਇੱਕ ਬੜੀ ਦੁਖਦਾਈ ਗੱਲ ਆ। ਜਿਹੜੇ ਵੀ ਏਜੰਟ ਇਹੋ ਜਿਹਾ ਕਾਰੋਬਾਰ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮਨੁੱਖੀ ਤਸਕਰੀ ਜਿਹੜੀ ਹੈ ਰੁਕਣੀ ਚਾਹੀਦੀ ਹੈ।